ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ। ਆਪਾਂ ਉਹਨਾਂ ਦੇ ਜੀਵਨ ਦੀ ਗੱਲ ਕਰ ਰਹੇ ਹਾਂ। ਅੱਜ ਆਪਾਂ ਗੱਲ ਕਰਦੇ ਹਾਂ ਬਾਬਾ ਜੀ ਜਦੋਂ ਰਾਵਲਪਿੰਡੀ ਤੋਂ ਸੰਤ ਮਹਾਰਾਜ ਜੀ ਲਤਾਲੀ ਆਏ। ਸੰਤ ਤੇਜਾ ਸਿੰਘ ਜੀ ਜੱਥੇ ਸਮੇਤ ਨਾਲ ਲੈ ਗਏ ਸਨ। ਇੱਥੇ ਪ੍ਰਚਾਰ ਦਾ ਅਸਰ ਬਹੁਤ ਪਿਆ। 900 ਮਾਈ ਭਾਈ ਨੇ ਅੰਮ੍ਰਿਤ ਛਕਿਆ। ਸੰਤ ਤੇਜਾ ਸਿੰਘ ਦੀ ਜਥੇਦਾਰੀ ਵਿੱਚ 5 ਪਿਆਰਿਆਂ ਨੇ ਤਿਆਰ ਕੀਤਾ। ਤਦ ਤੱਕ ਆਪ ਸੰਗਤ ਨੂੰ ਸ਼ਬਦ ਪੜ੍ਹਾਏ ਗਏ ਤੇ ਅੰਮ੍ਰਿਤ ਪ੍ਰਚਾਰ ਪਿੱਛੋਂ ਭਾਈ ਹੀਰਾ ਸਿੰਘ ਰਾਗੀ ਨੂੰ ਹੁਕਮ ਹੋਇਆ ਕਿ ਮੇਜ਼ ਪਰ ਖੜੇ ਹੋ ਕੇ ਸੰਗਤਾਂ ਨੂੰ ਗੁਰੂ ਜੀ ਮਹਾਰਾਜ ਦਾ ਉਪਦੇਸ਼ ਸੁਣਾਓ। ਉਹਨਾਂ ਨੇ ਬੜੇ ਮਿੱਠੇ ਅਤੇ ਮਨਮੋਹਣੇ ਅੱਖਰਾਂ ਵਿੱਚ ਦਸ਼ਮੇਸ਼ ਪਿਤਾ ਦੇ ਹੁਕਮ ਸੁਣਾਏ। ਸੰਗਤ ਅਡੋਲ ਪ੍ਰੇਮ ਨਾਲ ਸੁਣਦੀ ਰਹੀ। ਸਭ ਦੇ ਹਿਰਦੇ ਵਿੱਚ ਬੈਠ ਗਿਆ ਕਿ ਰਹਿਣੀ ਕਰਕੇ ਹੀ ਸਤਿਗੁਰੂ ਜੀ ਦੀ ਖੁਸ਼ੀ ਪ੍ਰਾਪਤ ਹੋ ਸਕਦੀ ਹੈ। ਰਹਿਤ ਪਿਆਰੀ ਮੁਝਕੋ ਸਿੱਖ ਪਿਆਰਾ ਨਹੀਂ, ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਹੈ ਉਸ ਦਾ ਚੇਰਾ। 4 ਦਿਨ ਪਿੱਛੋਂ ਟੁਰਨ ਸਮੇਂ ਹਜ਼ਾਰਾਂ ਮਾਈ ਭਾਈ ਇਕੱਠੇ ਹੋ ਗਏ ਤਾਂ ਆਪ ਜੀ ਨੇ ਉੱਚੀ ਸੁਰ ਵਿੱਚ ਬੜੇ ਵਿਰਾਗ ਵਿੱਚ ਇਹ ਸ਼ਬਦ ਪੜ੍ਹਿਆ। ਕਦੇ ਹੋਣਗੇ ਸੰਜੋਗੀ ਮੇਲੇ ਪਿਆਰੀਆਂ ਸੰਗਤਾਂ ਦੇ, ਪਿਆਰੀਆਂ ਪਿਆਰੀਆਂ ਸੰਗਤਾਂ ਦੇ। ਕਦੇ ਹੋਣਗੇ ਸੰਜੋਗੀ ਮੇਲੇ ਪਿਆਰੀਆਂ ਸੰਗਤਾਂ ਦੇ। ਆਸਾ ਮਹੱਲਾ ਪਹਿਲਾ। ਨਦੀਆ ਵਾ ਬਿਛੁੰਨਿਆ ਮੇਲਾ ਸੰਜੋਗੀ ਰਾਮ, ਜੁਗ ਜੁਗ ਮਿੱਠਾ ਬਿਸ ਪਰੈ ਕੋ ਜਾਣੇ ਜੋਗੀ ਰਾਮ। ਸੰਗਤਾਂ ਦੇ ਨੇਤਰਾਂ ਵਿੱਚ ਜਲ ਵਹਿ ਟੁਰਿਆ, ਥੰਮਿਆ ਨਾ ਜਾਏ। ਆਪ ਨੇ ਇਸ ਵਿਰਾਗ ਵਿੱਚ ਸੰਗਤ ਨੂੰ ਵੇਖ ਕੇ ਫਰਮਾਇਆ, हम बासी हैं उस देश के जहाँ जात वरन कुछ नाही, शब्द मिलावा होत है दे मिलावा नहीं। ਜੁਲਾਈ 1917 ਵਿੱਚ ਆਪ ਐਬਟਾਬਾਦ ਪੁੱਜੇ। ਸਤਸੰਗ ਪ੍ਰਚਾਰ ਹੁੰਦਾ ਰਿਹਾ। ਇੱਕ ਕੱਟੜ ਆਰਿਆ ਸਮਾਜੀ ਪਰਿਵਾਰ ਦੀ ਮਾਈ ਨੇ ਪ੍ਰਸ਼ਾਦ ਛਕਣ ਲਈ ਬੇਨਤੀ ਕੀਤੀ। ਸੰਗਤ ਵਿੱਚ ਗੁਰਮੁਖਾਂ ਨੇ ਕਿਹਾ, ਮਹਾਰਾਜ ਜੀ ਮਾਈ ਤਾਂ ਪ੍ਰੇਮਣ ਹੈ ਪਰ ਪਰਿਵਾਰ ਗੁਰਨਿੰਦਕ ਹੈ, ਆਰਿਆ ਸਮਾਜੀ ਹਨ। ਸੰਤ ਮਹਾਰਾਜ ਜੀ ਬੋਲੇ, ਭਾਈ ਜੀ ਇਹਨਾਂ ਨੂੰ ਉਪਦੇਸ਼ ਸੁਣਨ ਦਾ ਸਮਾਂ ਹੀ ਨਾ ਮਿਲਿਆ, ਤਦ ਇਹ ਗੁਰੂ ਨਾਨਕ ਦੀ ਸ਼ਰਨ ਵਿੱਚ ਕਿਸ ਤਰ੍ਹਾਂ ਆਉਣਗੇ। ਆਪ ਜੀ ਨੇ ਪ੍ਰਸ਼ਾਦ ਮੰਨ ਲਿਆ। ਉਹਨਾਂ ਦੇ ਘਰ ਭਗਤੀ ਮਾਰਗ ਦੇ ਸ਼ਬਦ ਪੜ੍ਹੇ। ਮਾਈ ਦਾ ਆਰਿਆ ਸਮਾਜੀ ਲੜਕਾ ਚਰਨੀ ਆ ਡਿੱਗਾ। ਹਾੜੇ ਕੱਢੇ, ਮੈਨੇ ਐਵੇਂ ਤਰਕਬਾਜੀ ਵਿੱਚ ਜ਼ਿੰਦਗੀ ਬਿਤਾਈ। ਮੇਰੇ ਔਗਣਾ ਬਖਸ਼ੋ ਤੇ ਮੇਰੇ ਹਿਰਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਭਗਤੀ ਬਹਾਓ। ਸੰਤ ਜੀ ਮਹਾਰਾਜ ਨੇ ਕੰਧ ਤੇ ਹੱਥ ਰੱਖਿਆ। ਉਹ ਨਿਹਾਲ ਹੋਇਆ। ਸਿੱਖੀ ਬਾਣੇ ਵਿੱਚ ਆ ਗਿਆ। ਗੁਰੂ ਪ੍ਰੇਮੀ ਸਾਰਾ ਪਰਿਵਾਰ ਹੀ ਹੋ ਗਿਆ। ਆਉਂਦਿਆਂ ਹਰੀਪੁਰ ਵਿੱਚ ਸਹਿਜਧਾਰੀ ਬੇਦੀ ਦੇ ਪ੍ਰਸ਼ਾਦ ਛਕਣ ਲਈ ਆਏ। ਉਸਨੇ ਪਰਿਵਾਰ ਸਮੇਤ ਅੰਮ੍ਰਿਤ ਛਕ ਲਿਆ। ਜ਼ਿਲਮ ਆ ਗਏ। ਇੱਥੇ ਕੁਛ ਦਿਨ ਨਿਹਾਲ ਕਰਕੇ ਸਰਾਏ ਆਲਮਗੀਰ ਆਏ, ਜਿੱਥੇ ਭਾਰੀ ਦੀਵਾਨ ਹੋਇਆ। ਇੱਥੋਂ ਕਾਲਕਾ ਆਉਣਾ ਸੀ। ਭਾਈ ਸ਼ਹਿਬਰ ਸਿੰਘ ਦੀ ਐਬਟਾਬਾਦ ਤੋਂ ਹੀ ਨਾਲ ਆ ਰਹੇ ਸਨ। ਸਾਰਾ ਜੱਥਾ ਨਾਲ ਸੀ। ਭਾਈ ਸ਼ਹਿਬਰ ਸਿੰਘ ਦਾ ਫੁਰਨਾ ਸੀ ਕਿ ਇਤਨੀ ਜ਼ੋਰ ਦੀ ਭੁੱਖ ਲੱਗੀ ਹੋਣੀ ਜੇ ਹੁਣ ਤਾਂ ਕੋਈ ਸਟੇਸ਼ਨ 'ਤੇ ਹੀ ਰੋਟੀ ਖਵਾ ਦੇਵੇ। ਗੁਰੂ ਹੁਕਮ ਵਿੱਚ ਐਸਾ ਹੀ ਹੋ ਗਿਆ। ਕਾਲਕਾ ਸਟੇਸ਼ਨ 'ਤੇ ਗੱਡੀ ਤੋਂ ਉਤਰਦਿਆਂ ਇੱਕ ਸਰਦਾਰ ਨੇ ਆ ਕੇ ਪ੍ਰਸ਼ਾਦ ਛਕਾਉਣ ਲਈ ਸਟੇਸ਼ਨ 'ਤੇ ਉਹਨਾਂ ਨੂੰ ਕਿਹਾ। ਕਾਫੀ ਚਿਰ ਪਹਾੜ ਰਹਿ ਕੇ ਪ੍ਰਚਾਰ ਕਰਦੇ ਰਹੇ। ਗਰਮੀਆਂ ਖਤਮ ਹੋਣ ਪਰ ਫਿਰ ਗੁਰਸਾਗਰ ਪੁੱਜ ਗਏ। ਇਲਾਕੇ ਵਿੱਚ ਪ੍ਰਚਾਰ ਕੀਤਾ। ਮਾਘੀ ਦਾ ਸਾਲਾਨਾ ਜੋੜ ਮੇਲਾ ਆਇਆ। ਇਲਾਕੇ ਵਿੱਚ ਪ੍ਰਚਾਰ ਕਰਕੇ ਮਾਰਚ 1918 ਵਿੱਚ ਗੁਜਰਾਂਵਾਲਾ ਵਿੱਦਿਅਕ ਕਾਨਫਰੰਸ ਲਈ ਆਏ। ਪ੍ਰਧਾਨ ਸਰਦਾਰ ਰਘਵੀਰ ਸਿੰਘ ਜੀ ਸਨ। ਇਹਨਾਂ ਨੇ ਚੀਫ ਖਾਲਸਾ ਦੀਵਾਨ ਦੇ ਫੰਡ ਲਈ ਅਪੀਲ ਸਵੇਰੇ ਵੇਖੇ ਰੱਖ ਲਈ ਤੇ ਗੁਰੂ ਨਾਨਕ ਖਾਲਸਾ ਦਾ ਇਜਲਾਸ ਤੇ ਅਪੀਲ ਸ਼ਾਮ ਦੀ ਰੱਖ ਦਿੱਤੀ, ਜਿਸ ਦੀ ਪ੍ਰਧਾਨਗੀ ਸੰਤ ਮਹਾਰਾਜ ਜੀ ਨੇ ਕਰਨੀ ਸੀ। ਕਰਤਾਰ ਨੇ ਭਾਣਾ ਐਸਾ ਵਰਤਾਇਆ ਕਿ ਸਵੇਰੇ ਦੀ ਅਪੀਲ ਵੇਲੇ ਭਾਰੀ ਹਨੇਰੀ ਆ ਗਈ। ਪੰਡਾਲ ਖਾਲੀ ਹੋ ਗਿਆ ਤੇ ਵਿੱਚ ਪੰਡਾਲ ਸ਼ਾਮ ਨੂੰ ਭਰਿਆ। ਕਾਲਜ ਦੀ ਅਪੀਲ ਪਰ 35,000 ਰੁਪਏ ਦੀ ਉਗਰਾਹੀ ਤੇ ਲਿਖਤ ਵਿੱਚ ਆਈ। ਗੁਰੂ ਨਾਨਕ ਖਾਲਸਾ ਦੀ ਨੀਂਹ ਆਪ ਜੀ ਨੇ ਰੱਖੀ।
ਰਾਜਕੋਟ ਤੋਂ ਸੰਤ ਜੀ ਮਹਾਰਾਜ ਸਿਆਲਕੋਟ ਚਲੇ ਗਏ, ਪ੍ਰਚਾਰ ਕਰਦੇ ਰਹੇ। ਇੱਥੋਂ ਆਪ ਗੁਰਸਾਗਰ ਆ ਗਏ। ਕੁਝ ਚਿਰ ਪਿੱਛੋਂ ਮਗਰੋਂ ਅਕਾਲ ਕਾਲਜ ਗੁਰਸਾਗਰ ਸਾਹਿਬ ਦੀ ਨੀਂਹ ਰੱਖੀ ਗਈ। ਇਸ ਸਮੇਂ ਆਪ ਜੀ ਨੇ ਸੰਤ ਤੇਜਾ ਸਿੰਘ ਨੂੰ ਵੀ ਚਿੱਠੀ ਭੇਜ ਕੇ ਬੁਲਾ ਲਿਆ ਸੀ। ਇੱਥੇ ਹੀ ਆਪ ਨੇ ਫਿਰ ਹੁਕਮ ਕੀਤਾ, ਭਾਈ ਤੇਜਾ ਸਿੰਘ ਜੀ, ਆਪ ਬਨਾਰਸ ਚਲੇ ਜਾਓ। 500 ਰੁਪਇਆ ਮਾਹਵਾਰ ਦਿੰਦੇ ਹਨ। ਅੱਧੀ ਤਨਖਾਹ ਆਪ ਵਰਤੋ, ਅੱਧੀ ਇੱਥੇ ਕਾਲਜ ਭੇਜਦੇ ਜਾਓ। ਨਾਲ ਹੀ ਅਕਾਲ ਕਾਲਜ ਲਈ ਲੋਹੇ ਦੇ ਗਾਰਡਰਾਂ ਲਈ ਉਗਰਾਹੀ ਕਰਕੇ ਗਾਰਡਰ ਭੇਜਣਾ। ਆਪ ਬਨਾਰਸ ਪੁੱਜ ਗਏ ਤੇ ਟੀਚਰਸ ਕਾਲਜ ਦੇ ਪ੍ਰਿੰਸੀਪਲ ਲੱਗੇ। ਕਈ ਮਹੀਨੇ ਹਰ ਐਤਵਾਰ ਆਪ ਕਲਕੱਤੇ ਚਲੇ ਜਾਂਦੇ ਤੇ ਉਗਰਾਹੀ ਕਰ ਕਰਕੇ ਗਾਰਡਰ ਭਿਜਵਾਏ। ਇੱਕ ਵਾਰੀ ਜ਼ਿਆਦਾ ਛੁੱਟੀਆਂ ਵਿੱਚ ਗੁਜਰਾਂਵਾਲਾ ਵੀ ਆਏ। ਸਿੱਖ ਲੀਗ ਕਾਇਮ ਹੋਣ ਤੇ ਨਿਯਮ ਬਣਾਉਣ ਵਿੱਚ ਵੀ ਆਪ ਨੇ ਸੇਵਾ ਕੀਤੀ। ਅੰਮ੍ਰਿਤਸਰ ਆਲ ਇੰਡੀਆ ਕਾਂਗਰਸ ਦਾ ਸਾਲਾਨਾ ਇਜਲਾਸ ਸੀ, ਉਸ ਵਿੱਚ ਵੀ ਸ਼ਾਮਲ ਹੋਏ ਤੇ ਆਪ ਜੀ ਇਸ ਤਰ੍ਹਾਂ ਹੀ ਧਰਮ ਦੀ ਸੇਵਾ ਕਰਦੇ ਰਹੇ। ਦਿੱਲੀ ਸੰਤ ਮਹਾਰਾਜ ਜੀ ਪ੍ਰਚਾਰ ਲਈ ਗਏ। ਭਾਈ ਸੁੱਧ ਸਿੰਘ ਜੀ ਨੇ ਭਾਈ ਜੀ ਦੇ ਪੈਰ ਘੁੱਟਦਿਆਂ ਪੁੱਛਿਆ, ਸੁਣਿਆ ਕਿ ਸ਼੍ਰੀ ਹਰਜੂਰ ਸਾਹਿਬ ਨਗੀਨਾ ਘਾਟ ਤੇ ਆਪ ਜੀ ਨੇ ਸ਼੍ਰੀ ਗੁਰੂ ਕਲਗੀਧਰ ਪਿਤਾ ਜੀ ਦੇ ਦਰਸ਼ਨ ਕੀਤੇ ਸਨ। ਕਿਰਪਾ ਕਰਕੇ ਦੱਸੋ ਕਿ ਉਹ ਦਰਸ਼ਨ ਕਿਸ ਤਰ੍ਹਾਂ ਦੇ ਸਨ। ਇਹ ਸੁਣ ਆਪ ਮੰਜੇ ਤੋਂ ਉੱਠ ਖੜੋਤੇ ਤੇ ਹੱਸਦੇ ਹੱਸਦੇ ਕਹਿਣ ਲੱਗੇ, ਭਾਈ ਸੁੱਧ ਸਿੰਘ ਜੀ, ਕੀ ਦੱਸੀਏ ਉਹ ਦਰਸ਼ਨ ਕਿਹੋ ਜਿਹੇ ਹੋਏ ਸਨ, ਪਰ ਗੁਰੂ ਕਲਗੀਆਂ ਵਾਲੇ ਜੀ ਦੇ ਦਰਸ਼ਨ ਤਾਂ ਸਾਨੂੰ ਹੁਣ ਵੀ ਹੋ ਰਹੇ ਹਨ। ਇਹ ਕਹਿ ਕੇ ਮੇਰੇ ਦਾੜੇ ਤੇ ਦੋਵੇਂ ਹਸਤ ਕਮਲ ਵਰੇ ਤੇ ਆਖਿਆ, ਇਹ ਸਾਵਤ ਸੁਰ ਕਲਗੀਆਂ ਵਾਲੇ ਜੀ ਦੀ ਹੈ। ਮਹਾਰਾਜ ਜੀ ਨੇ ਫਰਮਾਇਆ, ਖਾਲਸਾ ਰਹਿਤ। ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ में हो करे निवास। खालसा मेरा मुख है अंगा, खालसे को हो सद सद संगा। खालसा मेरा इष्ट सुहिरद, खालसा मेरा कहियत बिरद। खालसा मेरा पछ अरपाता, खालसा मेरा सुख अहलादा। खालसा मेरे मित्र सखाई, खालसा मात पिता सुखदाई। खालसा मेरी शोभा सीला, खालसा बंद सखा सद डीला। खालसा मेरी जात अरपत पत, खालसा सो माँ के उत्पत। खालसा मेरे भवन भंडारा, खालसा कर मेरे सत्कारा। खालसा मेरे सृजन परवारा, खालसा मेरो करत उदारा। खालसा मेरो पिंड प्राण, खालसा मेरी जान की जान। मान महत मेरी खालसा सही, खालसा मेरे स्वार्थ सही। खालसा मेरो करे निर्वाह, खालसा मेरो दे अरसा। खालसा मेरे धर्म अर कर्म, खालसा मेरे भेद निज मरम। खालसा मेरा सतगुर पूरा, खालसा मेरो सज्जन सूरा। खालसा मेरे बुद्ध अर ज्ञान, खालसे को हो थरे ध्यान। उपमा खालसे जात न कही, जीवा एक पार नहीं नहीं। शेष रसन सारद की बुद्ध, तदप न उपमा करनत सुध। या मैं रंच न मिथ्या पाखी, पार ब्रह्म गुर नानक साखी। रोम रोम जे रसना पाऊं, तद पै खालसा जस तै जाऊं गाऊं। हो खालसे को खालसे मेरो, ऊत पूत सागर बुंदेरो। पुरस आकाश सो मरत एह, प्रगट अकाल खालसा देह। ਇਹ ਸਾਰਾ ਸ਼ਬਦ ਸੰਤ ਮਹਾਰਾਜ ਜੀ ਨੇ ਹੱਸ ਕੇ ਪੜਿਆ। ਉਸ ਵੇਲੇ
ਮੇਰੇ ਕੀ ਦੱਸਾਂ ਸੀ ਮੈਂ ਦੱਸ ਨਹੀਂ ਸਕਦਾ। ਜਿਹੜੇ ਆਤਮ ਰਸ ਦੇ ਹੁਲਾਰੇ ਇਸ ਕਿਤਾਬ ਦੇ ਲੇਖਕ ਨੂੰ ਆਏ ਉਹ ਪ੍ਰਵਾਨ ਹਨ। ਸੰਤ ਤੇਜਾ ਸਿੰਘ ਨੇ ਆਪਣੀ ਕੁਟੀਆ 3000 ਤੋਂ ਗਹਿਣੇ ਪਾ ਕੇ ਬਾਕੀ ਰਹਿੰਦੀ ਗਾਰਡਨਾਂ ਦੀ ਮਾਇਆ ਪੂਰੀ ਕੀਤੀ ਸੀ। ਆਪ ਸੰਤ ਮਹਾਰਾਜ ਜੀ ਦਾ ਹੁਕਮ ਮਿਲਣ ਪਰ ਬਨਾਰਸ ਗਏ। ਚੰਗੀ ਮਿਹਨਤ ਕਰਕੇ ਸਾਲਾਨਾ ਇਮਤਿਹਾਨ ਕਰਾਇਆ। 36 ਲੜਕੇ ਬੈਠੇ, ਜਿਨ੍ਹਾਂ ਵਿੱਚੋਂ 34 ਪਾਸ ਹੋਏ। ਉੱਥੇ ਸਤਿਕਾਰ ਨਾਲ ਵਾਪਸ ਆ ਗਏ। ਆਪ ਨੇ ਅਕਾਲ ਕਾਲਜ ਦਾ ਪ੍ਰਿੰਸੀਪਲ ਦਾ ਚਾਰਜ ਲੈ ਲਿਆ। ਉਦਘਾਟਨ ਮਹਾਰਾਜ ਗੁਰਚਰਨ ਸਿੰਘ ਨਾਭਾ ਨੇ ਕੀਤਾ ਤੇ 1000 ਬਿੱਘਾ ਜ਼ਮੀਨ 5 ਲੱਖ ਰੁਪਏ ਦਾ 100 ਰੁਪਏ ਹੋਰ ਲੰਗਰ ਲਈ ਦੇਣੇ ਕੀਤੇ। ਨਵੇਂ ਲੰਗਰ ਦੀ ਇਮਾਰਤ ਬਣਾਉਣ ਦਾ ਸਾਰਾ ਖਰਚ, ਪਰ ਸ਼ਰਤ ਇਹ ਆਈ ਕਿ ਕਾਲਜ ਚੱਲੋਂ ਰੁਕ ਜਾਣ ਪਰ ਜ਼ਮੀਨ ਵਾਪਸ ਲੈ ਲਈ ਜਾਵੇਗੀ। ਸੰਤ ਮਹਾਰਾਜ ਜੀ ਕਮਾਲ ਦਾ ਤਿਆਗ ਅਪਣਾ ਤੇ ਆਪਣਾ ਸੰਤ ਸਾਥੀਆਂ ਦਾ ਵਿਖਾਇਆ। ਆਪ ਪਾਸ 10,000 ਰੁਪਏ ਗੋਲਕ ਵਿੱਚ ਨਗਦ ਸਨ, ਉਹ ਸਭ ਹਾਜ਼ਰ ਕਰ ਦਿੱਤੇ ਤੇ ਹੁਕਮ ਕੀਤਾ ਸਭ ਬੇਹੰਗਮ ਗਲੇ ਦੇ ਕੱਪੜੇ ਇੱਕ ਇੱਕ ਹੋਰ ਕੱਛੇ ਤੇ ਪਰਨਾ ਚੁੱਕ ਕੇ ਇਹ ਥਾਂ ਛੱਡ ਦੇਣ। ਨਗਰਾਂ ਵਿੱਚ ਜਾ ਕੇ ਪ੍ਰਚਾਰ ਕਰਦੇ, ਗੁਰਦੁਆਰੇ ਕਾਇਮ ਕਰਕੇ ਭਜਨ ਕਰਨ ਤਾਂ ਪ੍ਰਸ਼ਾਦਾ ਛਕਣ। ਐਸਾ ਹੀ ਹੋਇਆ। ਇਸ ਦੀ ਖੁਸ਼ਬੂ ਸਾਰੇ ਸਿੱਖ ਜਗਤ ਵਿੱਚ ਤੇ ਖਾਸ ਕਰਕੇ ਮਾਲਵੇ ਵਿੱਚ ਫੈਲ ਗਈ। 2 ਸਾਲ ਵਿੱਚ 80 ਪਿੰਡਾਂ ਵਿੱਚ ਇਹਨਾਂ ਮਰਜੀਵੜਿਆਂ ਨੇ ਗੁਰਦੁਆਰੇ ਕਾਇਮ ਕਰਵਾ ਦਿੱਤੇ, ਜਿੱਥੇ ਸਤਸੰਗ ਜਾਰੀ ਹੋ ਗਏ। ਧੰਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤਵਾਣਾ ਸਾਹਿਬ ਵਾਲੇ। ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਤੇਰੀ ਸਿੱਖੀ।